तेरे कवन कवन गुण कह कह गावा, तू साहिब गुनी निदाना। तुमरी महिमा वर्ण ना सको, तू ठाकुर ऊच भगवाना। छंत हिमकर रुत मन भावती, माघ फगण गुणवंत जियो। सखी सहेली गाओ मंगलो, गृह आए हर कंत जियो। ग्रह लाल आए मन ते आए, सेज सुंदर सोहिया। वाण तृण त्रिपवन पहे हरिया, देख दर्शन मोहिया। मिले स्वामी इच पुनी, मन जपया निर्मल मंत जियो। बिनवंत नानक नित करो रलिया, हार मिले श्री धर कंद जियो। बिनवंत नानक नित करो रलिया, हार मिले श्री धर कंद जियो। जुग जुग टल चवर छत्र तखत दे मालक धन धन श्री गुरु ग्रंथ ਸਾਹਿਬ जी ਦੀ ਪਾਵਨ पवित्र हजूरी अंदर सुभाहिमान गुरु रूप साध संगत जी, बहुत ही विड़भागी हो पावन दरबार ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦੇ ਹਰ ਜਸ ਨਾਲ ਜੁੜ ਕਰਕੇ ਆਪਣੇ ਮਨੁੱਖੀ ਜੀਵਨ ਨੂੰ ਸਫਲਾ ਹੋਰ ਉਤਮ ਬਣਾਉਣ ਦੇ ਯਤਨ ਕਰ ਰਹੇ ਹਾਂ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਰਾਮਕਲੀ ਰਾਗ ਦੇ ਅੰਦਰ ਰੁੱਤੀ ਸ਼ਲੋਕ ਦੀ ਪਾਵਨ ਵਿਚਾਰ ਜੋ ਆਪ ਜੀ ਦੇ ਨਾਲ ਕੁਝ ਦਿਨਾਂ ਤੋਂ ਆਰੰਭ ਕੀਤੀ ਸੀ, ਇਸ ਰੁੱਤ ਦੇ ਅਖੀਰਲੇ ਜੋ 2 ਮਹੀਨਿਆਂ ਦਾ ਇਸ ਪਾਵਨ ਬਾਣੀ ਅੰਦਰ ਜੋ ਗੁਰੂ ਸਾਹਿਬ ਨੇ ਹੁਣ ਜ਼ਿਕਰ ਕੀਤਾ ਹੈ, ਅਖੀਰਲੇ ਇਸ ਛੰਦ ਦੇ ਅੰਦਰ 6 ਰੁੱਤਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ ਹੈ। ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਮਝਾਇਆ ਹੈ। ਇੱਥੇ ਜੋ ਵਿਚਾਰ ਅੱਜ ਦੇ ਛੰਦ ਵਿੱਚ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜਿਹੜੀ ਰੁੱਤ ਹਿਮਕਰ ਰੁੱਤ ਦੀ ਗੱਲ ਜੋ ਗੁਰੂ ਸਾਹਿਬ ਨੇ ਜ਼ਿਕਰ ਕਰਦੇ ਸਮਝਾਇਆ ਹੈ। ਹਿਮਕਰ ਰੁੱਤ ਉਹ ਹੈ ਜਿੰਦੇ ਵਿੱਚ ਅੱਤ ਦੀ ਠੰਡ ਹੋਰ ਤੇਜ਼ ਹਵਾਵਾਂ ਤੇ ਬਰਫੀਲੀ ਬਰਫ਼ ਵਾਲੀ ਰੁੱਤ, ਜਿੰਦੇ ਵਿੱਚ ਬਰਫ਼ ਵੀ ਪੈਂਦੀ, ਹਵਾਵਾਂ ਹੀ ਤੇਜ਼ ਚੱਲਦੀਆਂ ਨੇ, ਬੜੀ ਠੰਡੀ ਰੁੱਤ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਇਹ ਰੁੱਤ ਪ੍ਰਵਾਨ ਹੋਈ, ਸਫਲ ਹੋ ਗਈ ਉਹਨਾਂ ਦੀ। ਇਹ ਰੁੱਤ ਉਹਨਾਂ ਨੂੰ ਚੰਗੀ ਲੱਗੀ, ਉਹਨਾਂ ਨੂੰ ਪ੍ਰਵਾਨ ਹੋਈ। ਉਹ ਕੌਲ ਫੁੱਲ ਵਾਂਗੂ ਖਿੜ ਕੇ ਜਿਨ੍ਹਾਂ ਨੇ ਪਰਮੇਸ਼ਰ ਕੰਤ ਦੇ ਨਾਲ ਆਪਣਾ ਨਾਤਾ ਬਣਾ ਲਿਆ, ਰਿਸ਼ਤਾ ਜੋੜ ਲਿਆ। ਹੈਰਾਨਗੀ ਤੇ ਇਹ ਹੈ, ਠੰਡ ਕਿਹਨੂੰ ਚੰਗੀ ਲੱਗਦੀ ਹੈ? ਰੁੱਤ ਕੋਈ ਵੀ ਹੈ, ਗਰਮੀ ਆਉਂਦੀ, ਗਰਮੀ 'ਚ ਮਨੁੱਖ ਕਲਪਾ ਜਾਂਦਾ। ਠੰਡ ਹੈ, ਠੰਡ ਦੇ ਵਿੱਚ ਮਨੁੱਖ ਠਰੂ ਠਰੂ ਕਰਦਾ, ਠੰਡ ਲੱਗਦੀ ਹੈ। ਪਰ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਭਾਉਂਦੀ, ਚੰਗੀ ਲੱਗਦੀ। ਚੰਗੀ ਤੋਂ ਭਾਵ ਕਿਹੜੀ ਚੀਜ਼ ਕਰਕੇ ਚੰਗੀ ਲੱਗੀ? ਸਾਹਿਬ ਕਹਿੰਦੇ ਹਿਮਕਰ ਰੁੱਤ ਮਨ ਭਾਵਤੀ। ਹਿਮਕਰ ਇਹ ਸਰਦੀ ਵਾਲੀ ਬਰਫੀਲੀ ਰੁੱਤ, ਠੰਡ ਵਾਲੀ ਰੁੱਤ ਮਨ ਭਾਵਤੀ, ਚੰਗੀ ਲੱਗੀ, ਪ੍ਰਵਾਨ ਹੋਈ। ਕਿਹਨਾਂ ਨੂੰ ਪਾਤਸ਼ਾਹ ਜੀ? ਕਹਿੰਦੇ ਮਾਘ ਫਗਣ ਗੁਣਵੰਤ ਜਿਓ। ਮਾਘ ਔਰ ਫੱਗਣ ਦਾ ਇਹ ਜੋ ਪਾਵਨ ਮਹੀਨਾ ਹੈ, ਇਹਦੀ ਜੋ ਗੱਲ ਕਰ ਰਹੇ ਨੇ, ਕਿਉਂਕਿ ਇੱਕ ਰੁੱਤ ਦੇ ਵਿੱਚ 2-2 ਮਹੀਨਿਆਂ ਦਾ ਜ਼ਿਕਰ ਕੀਤਾ ਹੈ। ਇਸ ਰੁੱਤ ਦੇ ਵਿੱਚ ਮਾਘ ਦਾ ਔਰ ਫੱਗਣ ਦਾ ਮਹੀਨਾ ਪ੍ਰਵਾਨ ਹੋਇਆ, ਪਰ ਕਿਹੜੀ ਚੀਜ਼ ਕਰਕੇ? ਗੁਣਵੰਤ ਜਿਓ, ਗੁਣਾਂ ਦੀ ਵਰਖਾ ਕਰਕੇ। ਚੰਗਾ ਪਤਾ ਕਿਉਂ ਲੱਗਾ? ਜਿਵੇਂ ਬਾਹਰ ਦੀ
ਠੰਡ ਤਨ ਨੂੰ, ਹਵਾ, ਬਰਫ਼, ਕੋਈ ਵੀ ਚੀਜ਼ ਹੈ, ਰੁੱਤ ਸਪਰਸ਼ ਕਰਦੀ ਬੋਡੀ ਨੂੰ, ਮਹਿਸੂਸ ਕਰਦੀ। ਗਰਮੀ ਹੈ, ਗਰਮੀ ਬੋਡੀ ਮਹਿਸੂਸ ਕਰਦੀ। ਸਰਦੀ ਹੈ, ਸਰਦੀ ਬੋਡੀ ਮਹਿਸੂਸ ਕਰਦੀ ਹੈ, ਤਨ ਮਹਿਸੂਸ ਕਰਦਾ। ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਬਾਹਰੋਂ ਠੰਡ ਮਹਿਸੂਸ ਹੋਈ ਨਾ, ਜਿਨ੍ਹਾਂ ਦਾ ਨੇਹ ਪਰਮੇਸ਼ਰ ਦੇ ਨਾਲ ਬਣ ਗਿਆ, ਵਾਹਿਗੁਰੂ ਨਾਲ ਬਣ ਗਿਆ, ਉਹਨਾਂ ਨੇ ਜੀਵਨ ਵਿੱਚ ਠੰਡਤਾ ਆ ਗਈ। ਉਹਨਾਂ ਦੇ ਮਨ ਵਿੱਚ ਨਾਮ ਦੀ, ਗੁਣਾਂ ਦੀ ਵਰਖਾ ਹੋਈ, ਗੁਣਾਂ ਦੀ ਹਨੇਰੀ ਚੱਲੀ। ਤੇ ਪਿਆਰਿਓ, ਇਹ ਉਹਨਾਂ ਦੇ ਜੀਵਨ ਵਿੱਚ ਆਈ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕੀਤਾ। 12 ਮਾਹ ਦੀ ਪਾਵਨ ਬਾਣੀ ਪੜ੍ਹਦਿਆਂ ਗੁਰੂ ਸਾਹਿਬ ਨੇ ਕਿਹਾ, ਚੇਤ ਗੋਬਿੰਦ ਅਰਾਧੀਐ। ਅੱਜ ਗੁਣਾਂ ਦੀ ਵਰਖਾ ਕਿਵੇਂ ਹੋਈ? ਕਿਉਂਕਿ ਚਿੱਤ ਤੋਂ ਸ਼ੁਰੂਆਤ ਕੀਤੀ ਸੀ। ਜਿਹੜਾ ਚਿੱਤ ਵਿਕਾਰਾਂ ਨਾਲ ਭਰਿਆ ਪਿਆ ਸੀ, ਗੁਰੂ ਸਾਹਿਬ ਨੇ ਕਿਹਾ ਜਿਵੇਂ ਚੇਤਰ ਦਾ ਮਹੀਨਾ ਆਰੰਭ ਹੋਇਆ ਹੈ, ਇਵੇਂ ਜਿਵੇਂ ਰੁੱਤਾਂ ਸਫ਼ਰ ਕਰਦੀਆਂ ਸਨ। ਮੈਂ ਹਰ ਵਕਤ ਦੀ ਬੇਨਤੀ ਕਰਾਂ, ਰੁੱਤਾਂ ਦਾ ਸਫ਼ਰ ਸੀ, ਕਦੀ ਗਰਮੀ ਦਾ, ਕਦੀ ਸਰਦੀ ਦਾ, ਕਦੀ ਬਸੰਤ ਦਾ, ਕਦੀ ਗ੍ਰੀਖਮ ਪਾਪ, ਵੱਖਰੀਆਂ ਵੱਖਰੀਆਂ ਰੁੱਤਾਂ ਦਾ। ਗੁਰੂ ਸਾਹਿਬ ਨੇ ਕਿਹਾ ਇਵੇਂ ਤੇਰੇ ਮਨ ਦਾ ਵੀ ਸਫ਼ਰ ਹੈ। ਉਸ ਕਰਤੇ ਦੇ ਘਰ ਪਹੁੰਚਣ ਵਾਸਤੇ ਮਨ ਦਾ ਵੀ ਸਫ਼ਰ ਤੈਅ ਕਰ, ਪੈਂਡਾ ਕਰ। ਤੇ ਪੈਂਡਾ ਕੀ ਸੀ? ਚੇਤ ਗੋਬਿੰਦ ਅਰਾਧੀਐ। ਜਿਨ੍ਹਾਂ ਨੇ ਚਿੱਤ ਵਿੱਚ ਅਰਾਧਿਆ, ਹੋਵੇ ਆਨੰਦ ਕਣਾ। ਆਨੰਦ ਬਣਿਆ ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੇ ਜੀਵਨ ਵਿੱਚ ਖੁਸ਼ੀ ਆਈ, ਖੇੜਾ ਆ। ਫਿਰ ਜਦੋਂ ਚਿੱਤਰ ਦੇ ਵਿੱਚ, ਭਾਵ ਚਿੱਤ ਵਿੱਚ, ਉਹਨਾਂ ਨੇ ਬਿਰਤੀ ਵਿੱਚ, ਆਪਣੀਆਂ ਵਿਚਾਰਾਂ ਵਿੱਚ ਪਰਮਾਤਮਾ ਨੂੰ ਟਿਕਾਇਆ, ਗੁਣਾਂ ਨੂੰ ਵਸਾ ਲਿਆ। ਫਿਰ ਜਦੋਂ ਜਿਨ੍ਹਾਂ ਦੇ ਚਿੱਤ ਵਿੱਚ ਗੁਣ ਪਰਮੇਸ਼ਰ ਦੇ ਆ ਜਾਣ, ਫਿਰ ਉਹ ਕਹਿੰਦੇ ਨੇ, ਵੈਸਾਖ ਤਿਰਨ ਕਿਉਂ ਵਾਂਡੀਆਂ ਜਿਨ੍ਹਾਂ ਪ੍ਰੇਮ ਵਿਛੋ। ਉਹ ਧੀਰਜ ਰੱਖਦੇ ਨੇ ਜਿਹੜੇ ਪ੍ਰੇਮ ਤੋਂ ਵਿਛੜ ਜਾਂਦੇ ਨੇ। ਉਹ ਘੜੀ ਨਹੀਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਇੱਕ ਘੜੀ ਨਹੀਂ ਰਹਿ ਸਕਦੇ ਆਪਣੇ ਗੁਰੂ ਤੋਂ ਬਿਨਾਂ। ਜਿਨ੍ਹਾਂ ਨੇ ਚੇਤਰ ਤੋਂ ਸ਼ੁਰੂਆਤ ਕੀਤੀ, ਫਿਰ ਸਹਿਜ ਕਹਿੰਦੇ ਫਲਗੁਣ ਆਨੰਦ ਉਪਾਰਜਨਾ। ਫਿਰ ਫਲਗੁਣ, ਉਹ ਫਲ ਤੱਕ ਪਹੁੰਚ ਗਿਆ। ਜਿਹੜੇ ਫਲ ਤੱਕ ਪਹੁੰਚਣਾ ਸੀ, ਚੇਤ ਦੇ ਵਿੱਚ ਮੈਂ ਬੂਟਾ ਲਾਇਆ ਸੀ, ਚੇਤ ਤੋਂ ਮੈਂ ਪੌਦਾ ਲਾਇਆ ਸੀ। ਲਾਇਆ ਹੋਇਆ ਪੌਦਾ ਮੈਂ ਮਹੀਨੇ ਦੇ ਮਹੀਨੇ, ਰੁੱਤਾਂ ਦੇ ਰੁੱਤਿਆਂ ਇਹਨੂੰ ਪਾਣੀ ਪਾਉਂਦਾ ਰਿਹਾ, ਇਹਨੂੰ ਸਿੰਜਦਾ ਰਿਹਾ, ਇਹਦੀ ਸੰਭਾਲ ਕਰਦਾ ਰਿਹਾ। ਇੱਕ ਦਿਨ ਉਹ ਗੁਣਾਂ ਵਾਲਾ ਬੂਟਾ ਫਲ ਗੁਣ ਤੇ ਪਹੁੰਚ ਗਿਆ, ਫਲ ਤੇ ਪਹੁੰਚ ਗਿਆ। ਉਹ ਪਹੁੰਚਣ ਤੋਂ ਪਹਿਲਾਂ ਮਾਂਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰਮੁਖਾਂ ਦੀ ਧੂੜੀ ਵਿੱਚ, ਗੁਰਮੁਖਾਂ ਦੇ ਸ਼ੁਭ ਬਚਨਾਂ ਵਿੱਚ ਆਪਣੇ ਆਪ ਨੂੰ ਧੋੜਿਆ, ਗੁਣਾਂ ਵਿੱਚ ਸਾਫ਼ ਕਰ ਲਿਆ, ਔਗਣ ਲਾ ਦਿੱਤੇ, ਗੁਣ ਜੀਵਨ ਵਿੱਚ ਲੈ ਕੇ ਆਂਦੇ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਗੁਣ ਇਹ ਸਿਖਾਉਂਦੇ ਨੇ, ਮਨੁੱਖ ਦੇ ਜੀਵਨ ਵਿੱਚ ਗੁਣ ਇਹ ਸਿਖਾਉਂਦੇ ਨੇ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਜੋ ਤੂੰ ਸੁਣ ਰਿਹਾ ਹੈ, ਜੋ ਤੂੰ ਧਿਆ ਰਿਹਾ ਹੈ, ਉਹ ਨਾਮ ਦਾ ਦਾਨ ਦੁਨੀਆ ਨੂੰ ਵੀ ਦੇ। ਇਹ ਗੁਰਮੁਖਾਂ ਦੀ ਧੂੜ ਦਾ ਇਸ਼ਨਾਨ ਮਨੁੱਖ ਨੂੰ ਕੁਝ ਸਿਖਾ ਕੇ ਜਾਂਦੀ ਹੈ। ਪੈਰਾਂ ਦੀ ਧੂੜ ਕੇ ਉਹ ਨਹੀਂ ਜਿਹੜੀ ਆਮ ਸੰਸਾਰ ਵਿੱਚ ਸੁਣੀ ਜਾਂਦੀ ਹੈ। ਗੁਰੂ ਸਾਹਿਬ ਨੇ ਗੁਰਮੁਖਾਂ ਦੇ ਸ਼ੁਭ ਬਚਨਾਂ ਦੀ, ਸ਼ੁਭ ਜੀਵਨ ਦੀ, ਗੁਣਾਂ ਦੀ ਧੂੜ। ਗੁਣਾਂ ਵਿੱਚ ਜਿੱਦਣ ਮੈਂ ਇਸ਼ਨਾਨ ਕੀਤਾ, ਔਰ ਇਸ਼ਨਾਨ ਕਿੰਨੇ ਕਰਨਾ? ਤਨ ਨੇ ਨਹੀਂ ਪਿਆਰਿਓ, ਮਨ ਨੇ ਜਿੱਦਣ ਇਸ਼ਨਾਨ ਕੀਤਾ। ਸਹਿਜ ਕਹਿੰਦੇ ਆਪ ਜੀ 20ਵੀਂ ਪੌੜੀ ਪੜ੍ਹਦੇ ਗੁਰੂ ਨਾਨਕ ਦੇਵ ਪਾਤਸ਼ਾਹ। ਭਰੀਐ ਹੱਥ ਪੈਰ ਤਨ ਦੇਹ ਪਾਣੀ, ਧੋਤੈ ਉਤਰ ਸਿਖੇ ਮੋਤ ਪਲੀਤੀ, ਕੱਪੜ ਹੋਏ ਦੇ ਸਾਬੁਨ ਲਈਐ ਤੋਏ ਭਰੀਐ। ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕਰਾਂ। ਭਰੀਐ ਮਤ ਪਾਪਾਂ ਕੈ ਸੰਗ, ਔਗਣਾ ਨਾਲ ਭਰੀ ਗਈ ਸੀ ਮਤ। ਉਹ ਧੋਪੈ ਨਾਵੇਂ ਕਰਾਂ, ਕਿੰਦੇ ਨਾਲ ਧੋਤੀ ਗਈ? ਗੁਣਾਂ ਨਾਲ ਧੋਤੀ ਗਈ। ਮਤ ਕਿੰਦੇ ਨਾਲ ਸਾਫ਼ ਹੋਈ? ਕੱਪੜਾ ਗੰਦਾ ਹੋਇਆ, ਮਲ ਮੂਤਰ ਦੇ ਨਾਲ, ਸਾਬਣ ਨਾਲ ਧੋਤਾ ਗਿਆ। ਗੁਰੂ ਸਾਹਿਬ ਨੇ ਕਿਹਾ ਹੱਥ ਪੈਰ ਗੰਦੇ ਹੋਏ, ਪਾਣੀ ਨਾਲ ਧੋਲੇ। ਮਤ ਗੰਦੀ ਹੋ ਗਈ, ਕਿੰਦੇ ਨਾਲ ਧੋਵੇਂਗਾ? ਗੁਰੂ ਦੇ ਗੁਣਾਂ ਨਾਲ ਧੋਵੇਂਗਾ। ਇੱਥੇ ਸਾਹਿਬ ਨੇ ਕਿਹਾ ਮਾਂਗ ਦਾ ਮਹੀਨਾ, ਫੱਗਣ ਦਾ ਮਹੀਨਾ। ਗੁਣਵੰਤ ਜੀਓ, ਜਿਹੜੇ ਗੁਣਾਂ ਦੀ ਉਡੀਕ ਕਰ ਰਿਹਾ ਸਾਂ, ਚੇਤਰ ਤੋਂ ਆਰੰਭ ਕੀਤੀ ਸੀ। ਫਿਰ ਉਹ ਕੀ ਹੋਇਆ? ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਾਈ ਰਾਮ ਕੇ ਕਰ ਕਿਰਪਾ ਦਿਆ।
ਮਿਲਾਏ। ਉਹਨੇ ਕਿਰਪਾ ਕਰਕੇ ਗੁਣ ਵੇਖ ਕੇ ਮੈਨੂੰ ਲਾ ਲਿਆ ਆਪਣੇ ਗਲ ਵਕੜੀ ਨਾਲ। ਆਈ ਮੈਂ ਲੰਮੇ ਸਮੇਂ ਤੋਂ ਚਾਹਨਾ ਸਾਂ, ਆਈ ਮੈਂ ਲੰਮੇ ਸਮੇਂ ਤੋਂ ਉਡੀਕ ਕਰਦਾ ਪਿਆ ਸਾਂ। ਜਿਹੜੀ ਚੀਜ਼ ਦੀ ਮੇਰੇ ਘਰ ਵਿੱਚ ਉਡੀਕ ਹੋ ਰਹੀ ਸੀ ਨਾ, ਆਈ ਹੋ ਰਹੀ ਸੀ, ਆ ਹੋ ਰਹੀ ਸੀ ਕਿ ਮਾਲਕ ਕਦੋਂ ਮੈਨੂੰ ਵਿਛੜੇ ਉਹਨੂੰ ਆਪਣੇ ਗਲ ਨਾਲ ਲਾ ਲੇ। ਹਰ ਸੱਜਣ ਪ੍ਰਗਟੇ ਆਏ, ਜਿੰਦਾ ਮੈਂ ਚਾਨਣ ਬਾਹਰ ਨਹੀਂ, ਮੈਂ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਚਾਹੁੰਦਾ ਸਾਂ। ਬਾਹਰ ਦੀ ਰੋਸ਼ਨੀ, ਬਾਹਰ ਦੇ ਦੀਵੇ, ਬਾਹਰ ਦੇ ਚੰਨ ਸੂਰਜ ਹਜ਼ਾਰਾਂ ਵੀ ਚੜ ਜਾਣ। ਮੇਰੇ ਗੁਰੂ ਨਾਨਕ ਦੀ ਬਾਣੀ ਕਹਿੰਦੀ ਹੈ, ਬਾਹਰ ਦੇ ਚਾਨਣ ਦਾ ਕੀ, ਉਹ ਬਾਹਰ ਦੇ ਸੂਰਜ ਦਾ ਕੀ। ਅਸਲ ਵਿੱਚ ਸੂਰਜ ਚਾਨਣ ਤੇਰੇ ਅੰਦਰ ਦੀ ਲੋੜ ਹੈ। ਸਤਿਗੁਰੂ ਸ਼ਬਦ ਉਜਾਰੋ ਦੀਪਾ, ਜਾਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਜੇ ਸੋਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰੰਦਾਰ। ਉਹ ਮੈਂ ਚਾਨਣ ਪ੍ਰਗਟੇ ਆਏ, ਸੰਤ ਸਾਹੀ ਰਾਮ ਕੇ ਸਾਇਕ ਬਣ ਕੇ ਮਦਦ ਕਰਕੇ ਕਰ ਕਿਰਪਾ ਦਿਆ ਮਿਲਾਏ। ਇਹ ਹਿਮਕੁਰ ਰੁੱਤ ਦੀ ਗੱਲ ਕਹਿ ਰਹੇ ਨੇ ਸਾਹਿਬ ਜੀ, ਕਰ ਕਿਰਪਾ ਦਿਆ ਮਿਲਾਏ। ਇਸ ਠੰਡ ਨੇ ਅੱਜ ਭਾਵ ਅੰਦਰ ਦੀ ਸ਼ੀਤਲਤਾ ਆਈ, ਅੰਦਰ ਜਦੋਂ ਠੰਡ ਆ ਗਈ ਤੇ ਗੁਣਾ ਦੀ ਵਰਖਾ ਹੋਈ। ਭਾਵ ਵਰਖਾ ਕਿਹੜੀ ਸੀ? ਬਰਫੀਲੀ, ਜਿਵੇਂ ਬਰਫ਼ ਪੈਂਦੀ ਨਾ, ਜਿਵੇਂ ਬਾਹਰੋਂ ਬਰਫ਼ ਪੈਂਦੀ ਹੈ, ਜਿਵੇਂ ਸ਼ੀਤਲ ਠੰਡੀ ਲਹਿਰ ਚੱਲਦੀ, ਹਵਾ ਚੱਲਦੀ ਹੈ। ਸਾਹਿਬ ਜੀ ਕਹਿੰਦਾ ਐਵੇਂ ਮੇਰਾ ਮਨ ਠੰਡਾ ਹੋ ਗਿਆ। ਪਾਵਨ ਬਾਣੀ ਦੀ ਜੋ ਵਿਚਾਰ ਹੈ, ਮੇਰਾ ਮਨ ਸ਼ੀਤਲ ਹੋ ਗਿਆ, ਠੰਡਾ ਹੋ ਗਿਆ। ਗੁਰੂ ਨੇ ਇਦਾਂ ਦਾ ਮੈਨੂੰ ਨਾਮ ਦਿੱਤਾ। ਸਾਹਿਬ ਜੀ ਕਹਿੰਦਾ ਅੱਜ ਗੁਣਾ ਦੀ ਲੋੜ ਸੀ, ਇਹਨਾਂ ਗੁਣਾ ਦੀ ਉਡੀਕ ਕਰਦਾ ਰਿਹਾ ਬੜੇ ਟਾਈਮ ਤੋਂ, ਪਰ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ। ਭਗਤ ਕਬੀਰ ਜੀ ਦੀ ਬਾਣੀ ਪੜ੍ਹਦੇ ਆ, ਸ਼ਬਦ ਕਰ ਕਿਵੇਂ ਹੋਏਗਾ? ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਅੱਗੇ ਗੁਣਾ ਦੀ ਗੱਲ, ਅੰਧਿਆਰੇ ਦੀਪਕ ਚਈਐ, ਇੱਕ ਬਸਤ ਅਗੋਚਰ ਲਈਐ। ਬਸਤ ਗੋਚਰ ਪਾਈ, ਕਟ ਦੀਪਕ ਰਿਹਾ ਸਮਾਈ। ਉਹ ਦੀਵਾ ਜਗੇਗਾ, ਕਟ ਦੀਪਕ ਰਿਹਾ ਸਮਾਈ। ਸਾਹਿਬ ਜੀ ਨੇ ਜੋ ਪਾਵਨ ਬਾਣੀ ਦੀ ਭਗਤ ਕਬੀਰ ਜੀ ਨੇ ਕਿਹਾ, ਅੰਧਿਆਰੇ ਦੀਪਕ ਚਈਐ। ਆਪਣੇ ਹਿਰਦੇ ਵਿੱਚ, ਹਿਰਦੇ ਦੀ ਕੋਠੀ ਵਿੱਚ, ਹਿਰਦੇ ਦੇ ਕਮਰੇ ਵਿੱਚ, ਜਿੱਥੇ ਕੁੱਪ ਹਨੇਰਾ ਹੈ, ਜਿੱਥੇ ਪਤਾ ਹੀ ਨਹੀਂ ਚੱਲਦਾ ਪਿਆ ਦੁਨੀਆ 'ਚ ਕੀ ਕਰਨ ਆਇਆ ਸਾਂ ਪਿਆਰਿਆ, ਕੀ ਕਰਦਾ ਪਿਆ। ਅੱਜ ਆਪਣੇ ਹਿਰਦੇ ਵਿੱਚ ਗਿਆਨ ਦਾ ਦੀਵਾ ਜਗਾ। ਅੰਧਿਆਰੇ ਦੀਪਕ ਚਈਐ, ਇੱਕ ਬਸਤ ਗੋਚਰ ਲਈਐ। ਨਾਮ ਦੀ ਵਸਤੂ, ਇਹ ਪਹੁੰਚ ਵਸਤੂ ਉਹ ਮਿਲ ਜਾਏ ਤੇ ਫਿਰ ਕਹੇਗਾ ਕੱਟ ਦੀਪਕ ਰਿਹਾ ਸਮਾਈ। ਬਾਹਰ ਦੇ ਦੀਵੇ ਟੁੱਟ ਜਾਣਗੇ, ਤੇਲ ਖਤਮ ਹੋ ਜਾਏਗਾ, ਬੱਤੀ ਸੜ ਜਾਏਗੀ, ਪਰ ਘਟ ਦੀਪਕ ਰਿਹਾ ਸਮਾਈ। ਗੁਣਾ ਦਾ ਦੀਵਾ ਜਗਦਾ ਰਹੇਗਾ। ਉਹ ਪਿਆਰਿਆ, ਇਹ ਦੀਵਾ ਕਦੀ ਬੁਝੇਗਾ ਨਹੀਂ। ਇਹ ਦੀਵੇ ਦੀ ਵਡਿਆਈ ਹੈ, ਇਹ ਦੀਵਾ ਬੁਝਦਾ ਨਹੀਂ। ਇਹ ਤਾਂ ਦੀਵੇ ਦੀਆਂ ਉਦਾਹਰਨਾਂ ਦੇ ਕੇ ਗੁਰੂ ਸਾਹਿਬ ਨੇ ਨਾਮ ਦਾ, ਗੁਣਾ ਦਾ ਦੀਵਾ ਜਗਾਉਣ ਦੇ ਯਤਨ ਕੀਤੇ ਨੇ। ਆਪਣੇ ਜੀਵਨ ਵਿੱਚ ਗੁਣਾ ਦਾ ਦੀਵਾ ਜਗਾ, ਤੇ ਜਿੱਦਣ ਗੁਣਾ ਦਾ ਦੀਵਾ ਜਗੇਗਾ ਤੇ ਸਹਿਜ ਤੌਰ ਤੇ ਕਹੇਗਾ, ਸਖੀ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰ ਕੰਤ ਜੀਓ। हे ਸਖੀਓ, हे ਸਹੇਲੀਓ, ਆਓ ਮੇਰੇ ਕੰਤ ਦੇ, ਮੇਰੇ ਪਰਮੇਸ਼ਰ ਦੇ ਗੁਣ ਗਾਈਏ। ਦੁਨੀਆ ਦੇ ਨਹੀਂ, ਗੁਣ ਗਾਈਏ ਕੰਤ ਦੇ, ਜਿਹੜਾ ਇੱਕੋ ਰਾਖਾ ਹੈ, ਜੋ ਸਭਨਾਂ ਦੀ ਪਾਲ ਕਰਦਾ, ਜੋ ਸੰਭਾਲ ਕਰਦਾ। ਸਖੀ ਸਹੇਲੀ, हे ਸਹੇਲੀ ਗਾਓ ਮੰਗਲੋ, ਖੁਸ਼ੀ ਦੇ ਗੀਤ ਗਾਈਏ। ਗਾਵੋ ਗਾਵੋ ਰੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਮੇਰੇ ਘਰ ਵਿੱਚ ਪਤਾਰ ਪਤੀ ਆ ਗਿਆ, ਕੰਤ ਆ ਗਿਆ, ਪਰਮੇਸ਼ਰ ਆ ਗਿਆ। ਗਾਓ ਗਾਉਰੀ ਮੰਗਲ ਚਾਰਾ, ਆਓ ਮੰਗਲ ਗਾਈਏ, ਗੀਤ ਗਾਈਏ। ਕਿੰਦੇ? ਦੁਨੀਆ ਦੇ ਨਹੀਂ। ਹੁਣ ਦੁਨੀਆ ਦੇ ਗੀਤ ਬੰਦ, ਦੁਨੀਆ ਦੇ ਵਾਜੇ ਬੰਦ, ਦੁਨੀਆ ਦੇ ਨਾਦ ਬੰਦ। ਕਾਲੀ ਸਾਹਿਬ ਜੀ ਕਹਿ ਰਹੇ ਨਾ ਪਿਛਲੇ ਪਾਵਨ ਵਿਚਾਰ ਦੇ ਵਿੱਚ, ਇਹ ਲੜੀਵਾਰ ਦੇ ਵਿੱਚ ਕਹਿ ਰਹੇ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ। ਜਦੋਂ ਸ਼ਬਦ ਦੀ ਧੁਨ ਵੱਜੀ, ਉਦੋਂ ਦੁਨੀਆ ਦੇ ਰਸ, ਦੁਨੀਆ ਦੇ ਕਸ਼, ਦੁਨੀਆ ਦੇ ਲੱਚਰ ਪੁਣੇ ਵਾਲੇ ਗੀਤ, ਦੁਨੀਆ ਦੇ ਚਸਕੇ ਖਤਮ ਹੋ ਗਏ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗ ਮੋਹ ਪਾਈ। ਜਦੋਂ ਗੁਰੂ ਨਾਲ ਸੰਗ ਬਣ ਗਿਆ, ਫਿਰ ਕਹਿੰਦੇ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਆਓ ਸਖੀਓ, ਆਓ ਸਹੇਲਿਓ,
ਗ੍ਰਹਿ ਆਏ ਹਰ ਕੰਤ ਜਿਉ। ਜਿਹੜੇ ਕੰਤ ਦੀ ਉਡੀਕ ਕਰ ਰਹੀ ਸਾਂ, ਅੱਜ ਕੰਤ ਆ ਗਿਆ। ਭਾਵ ਜਿਹੜੇ ਗੁਣਾਂ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸਾਂ, ਉਹ ਗੁਣ ਮੇਰੇ ਜੀਵਨ ਵਿੱਚ ਆ ਗਏ ਤੇ ਮੇਰਾ ਜੀਵਨ ਚਾਨਣ ਹੋ ਗਿਆ। ਕਹਿ ਕਬੀਰ ਅਬ ਜਾਣਿਆ, ਹੁਣ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਫਿਰ ਆਟੋਮੈਟਿਕਲੀ ਭਗਤੀ ਦੀ ਲਹਿਰ ਚੱਲੇਗੀ, ਸਮਝਾਉਣਾ ਨਹੀਂ ਪਵੇਗਾ। ਜਿੱਦਣ ਮਨ ਮੰਨ ਗਿਆ ਗੁਣਾਂ ਨਾਲ, ਜਿੱਦਣ ਗੁਣ ਜੀਵਨ ਵਿੱਚ ਆ ਗਏ, ਗੁਣਾਂ ਦਾ ਦੀਵਾ ਜਗ ਗਿਆ। ਅਬ ਜਾਣਿਆ, ਇਸ ਤਰੀਕੇ ਨਾਲ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਖਿੱਚਣ ਦੀ ਲੋੜ ਨਹੀਂ ਪੈਗੀ, ਲੌਂਸਮੈਂਟਾਂ ਕਰਨ ਦੀ ਲੋੜ ਨਹੀਂ ਪੈਗੀ। ਵਿਦਵਾਨ ਕਹਿੰਦੇ ਨਾ, ਇੱਕ ਰੱਬ ਨੂੰ ਯਾਦ ਕਰਨ ਲੱਗਿਆਂ ਵਾਜੇ ਦੀ ਲੋੜ ਹੈ, ਤਬਲੇ ਦੀ ਲੋੜ ਹੈ, ਪਾਂਤ ਪਾਂਤ ਦੇ ਨਾਦ ਵਜਾਉਣੇ ਪੈਂਦੇ ਨੇ। ਪਰ ਦੁਨੀਆ ਦੇ ਕਾਰੋਬਾਰ ਨੂੰ, ਧਨ ਪਦਾਰਥਾਂ ਨੂੰ, ਦੁਨੀਆ ਦੀਆਂ ਪ੍ਰੀਤਾਂ ਨੂੰ, ਮੁਹੱਬਤਾਂ ਨੂੰ ਯਾਦ ਕਰਨ ਵਾਸਤੇ ਨਾਦ ਵੱਜਦੇ ਨੇ। ਮਾਂ ਆਪਣੇ ਬੱਚੇ ਨੂੰ ਯਾਦ ਕਰਦੀ, ਕਿੰਨੇ ਕੁ ਨਾਦ ਵਜਾਉਂਦੀ, ਕਿੰਨੇ ਕੁ ਸ਼ਬਦ ਵਜਾਉਂਦੀ ਹੈ, ਕਿੰਨੇ ਕੁ ਤਰ੍ਹਾਂ ਦੇ ਵਾਜੇ ਵੱਜਦੇ ਨੇ, ਕਿੰਨੇ ਕੁ ਤਰ੍ਹਾਂ ਦੇ ਤਬਲੇ ਵੱਜਦੇ ਨੇ। ਪਰ ਹੈਰਾਨਗੀ ਦੀ ਗੱਲ, ਰੱਬ ਬਾਰੇ ਉੱਚੀ ਕੂਕਣਾ ਪੈ ਰਿਹਾ। ਕਿਉਂ? ਕਿਉਂਕਿ ਮਨ ਜੇ ਮੰਨਿਆ ਨਹੀਂ, ਗੁਣਾਂ ਨਾਲ ਤਿਆਰ ਨਹੀਂ ਹੋਇਆ। ਕਿਉਂਕਿ ਗੁਣਾਂ ਦੀ ਵਡਿਆਈ ਹੈ, ਆਪਣੀ ਚੀਜ਼ ਤਿਆਗਣੀ ਪੈਂਦੀ ਹੈ। ਇੱਥੇ ਆ ਕੇ ਮਨ ਵੇਚੈ ਸਤਿਗੁਰ ਕੇ ਪਾਸ ਤੇ ਸਿਵਕੇ ਕਾਰਜ ਰਾਸ। ਇੱਥੇ ਆਪਣੀ ਚੀਜ਼ ਛੱਡਣੀ ਪੈਂਦੀ ਤੇ ਗੁਰੂ ਦੀ ਲੈਣੀ ਪੈਂਦੀ ਹੈ। ਜੇ ਗੁਣ ਲੈਣੇ ਨੇ, ਆਪਣੀ ਚੀਜ਼ ਤਿਆਗਣੀ ਪੈ ਗਈ। ਭਗਤ ਕਬੀਰ ਜੀ ਕੋਲ ਕੋਈ ਪੁਰਸ਼ ਆਇਆ, ਕੋਈ ਮਨੁੱਖ, ਕਹਿੰਦਾ ਭਗਤੀ ਦੋ, ਗਿਆਨ ਦੋ, ਗਿਆਨ ਲੈਣਾ, ਗਿਆਨ ਲੈਣਾ, ਭਗਤੀ ਲੈਣੀ। ਭਗਤ ਕਬੀਰ ਜੀ ਨੇ ਧਿਆਨ ਨਹੀਂ ਦਿੱਤਾ, ਵਾਰ-ਵਾਰ ਉੱਚੀ ਉੱਚੀ ਕੂਕਦਾ ਪਿਆ ਹੈ, ਮੈਨੂੰ ਗਿਆਨ ਚਾਹੀਦਾ ਰੱਬ ਦੇ ਬਾਰੇ, ਰੱਬ ਦੀ ਭਗਤੀ ਚਾਹੀਦੀ, ਮੈਂ ਸਿੱਖਣ ਆਇਆ। ਭਗਤ ਕਬੀਰ ਜੀ ਬੋਲੇ ਤੇ ਪਿਆਰਿਓ ਕੀ ਕੀਤਾ? ਕਹਿੰਦੇ ਗਿਆਨ ਲੈਣਾ? ਕਹਿੰਦਾ ਹਾਂਜੀ ਲੈਣਾ। ਕਹਿੰਦਾ ਜਾ ਦੁੱਧ ਲੈ ਕੇ ਆ। ਉਦਾਹਰਨ ਦਿੱਤੀ ਭਗਤ ਕਬੀਰ ਜੀ। ਦੁੱਧ ਲੈ ਕੇ ਆਇਆ ਤੇ ਭਗਤ ਸਾਹਿਬ ਜੀ ਨੇ ਭਾਂਡਾ ਨਾ ਚਮੜੇ ਦਾ ਅੱਗੇ ਰੱਖ ਦਿੱਤਾ, ਖੜਾ ਕਰ ਦਿੱਤਾ। ਕਹਿੰਦੇ ਪਾ ਦੇ। ਕਹਿੰਦੇ ਵੇਖਿਆ ਉਸਨੇ ਭਾਂਡਾ ਗੰਦਾ ਸੀ, ਚਮੜੇ ਦਾ ਭਾਂਡਾ ਸੀ, ਮਲੀਨ ਹੋਇਆ ਪਿਆ ਸੀ। ਕਹਿੰਦੇ ਪਾ ਦੇ। ਹੈਰਾਨ ਹੋ ਗਿਆ। ਕਹਿੰਦੇ ਭਗਤ ਜੀ ਇਹ ਭਾਂਡਾ ਖਰਾਬ ਹੈ, ਦੁੱਧ ਇੰਨਾ ਚੰਗਾ ਤੇ ਭਾਂਡਾ ਖਰਾਬ ਕਿਵੇਂ ਹੋ ਸਕਦਾ? ਕਹਿੰਦੇ ਨਹੀਂ ਪਾ ਦੇ, ਕਿਉਂਕਿ ਇਹਦਾ ਮੇਲ ਨਹੀਂ ਹੋ ਸਕਦਾ। ਕਹਿੰਦੇ ਕਦੀ ਵੀ ਨਹੀਂ ਮੇਲ ਹੋ ਸਕਦਾ। ਇਹ ਭਾਂਡਾ ਚਮੜੇ ਦਾ, ਪਹਿਲੀ ਗੱਲ। ਦੂਜੀ ਗੱਲ, ਇਹ ਭਾਂਡਾ ਅੰਦਰੋਂ ਗੰਦਾ ਹੈ। ਦੁੱਧ ਇੰਨਾ ਸਾਫ਼, ਇੰਨਾ ਪਵਿੱਤਰ, ਇਹਦਾ ਆਪਸ 'ਚ ਕਿਵੇਂ ਮੇਲ ਹੋ ਸਕਦਾ ਹੈ? ਇਹਦੇ ਮਿਲਦਿਆਂ ਸਾਰ ਦੁੱਧ ਖਰਾਬ ਹੋ ਜਾਣਾ ਹੈ। ਭਾਂਡੇ ਦਾ ਕੁਝ ਨਹੀਂ ਵਿਗੜਨਾ, ਦੁੱਧ ਖਰਾਬ ਹੋ ਜਾਣਾ ਹੈ। ਗੁਰੂ ਸਾਹਿਬ ਨੇ ਕਿਹਾ ਬਸ ਆ ਹੀ ਗਿਆਨ ਦਾ ਤੇ ਤੇਰਾ ਮੇਲ ਨਹੀਂ ਹੋ ਸਕਿਆ। ਭਗਤ ਜੀ ਨੇ ਕਿਹਾ ਉਹ ਭਲਿਆ ਇਸੇ ਕਰਕੇ ਗਿਆਨ ਤੇ ਤੇਰਾ ਮੇਲ ਨਹੀਂ ਹੋ ਸਕਿਆ, ਭਗਤੀ ਦਾ ਤੇ ਤੇਰੇ ਨਾਲ ਆਪਸ 'ਚ ਮਿਲ ਵਰਤਨ ਨਹੀਂ ਬਣ ਸਕਿਆ। ਕਿਉਂਕਿ ਜਿਹੜੀ ਭਗਤੀ ਸੀ, ਜਿਹੜਾ ਗਿਆਨ ਸੀ, ਦੁੱਧ ਵਾਂਗੂ ਚਿੱਟਾ ਸੀ, ਪਵਿੱਤਰ ਸੀ, ਸਾਫ਼ ਸੀ, ਨਿਰਮਲ ਸੀ, ਤੇ ਤੇਰਾ ਹਿਰਦੇ ਦਾ ਭਾਂਡਾ ਗੰਦਾ ਸੀ। ਗੁਣ ਕਿਵੇਂ ਆਉਂਦੇ? ਇਸੇ ਕਰਕੇ ਤੇਰੇ ਨਾਲ ਰੱਬੀ ਗੁਣਾਂ ਦਾ ਮੇਲ ਨਹੀਂ ਹੋ ਸਕਿਆ। ਜਿੱਦਣ ਤੂੰ ਆਪਣੇ ਭਾਂਡੇ ਨੂੰ ਸਾਫ਼ ਕਰ ਲੇਗਾ, ਨਿਰਮਲ ਕਰ ਲੇਗਾ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਜਿੱਦਣ ਸਾਫ਼ ਕਰ ਲੇਗਾ, ਉਦਣ ਸਹਿਜੇ ਤੌਰ ਤੇ ਤੇਰਾ ਹੋਰ ਪਰਮਾਤਮਾ ਦਾ, ਰੱਬ ਨਾਲ ਸੰਬੰਧ ਬਣ ਜਾਏਗਾ। ਇਸੇ ਤਰ੍ਹਾਂ ਸਹੀ ਹੈ। ਗ੍ਰਹਿ ਲਾਲ ਆਏ ਮਨ ਤੇ ਆਏ, ਸੇਜ ਸੁੰਦਰ ਸੋਹੀਆਂ। ਗ੍ਰਹਿ ਲਾਲ ਆਏ, ਗੁਣਾ ਵਾਲਾ ਪਰਮਾਤਮਾ ਆ ਗਿਆ। ਲਾਲ ਤੋਂ ਭਾਵ ਸੁੰਦਰ, ਜਿਹੜੇ ਸੁੰਦਰ ਦੀ, ਗੁਣਾ ਦੀ ਉਡੀਕ ਸੀ। ਮੈਂ ਵਾਰ-ਵਾਰ ਬੇਨਤੀ ਕਰ ਰਿਹਾ, ਜਿਹੜੇ ਲਾਲ ਦੀ ਜ਼ਰੂਰਤ ਸੀ ਮੈਨੂੰ, ਜਿਹੜੇ ਚਾਨਣ ਦੀ ਜ਼ਰੂਰਤ ਸੀ, ਅੱਜ ਉਹ ਚਾਨਣ ਆ ਗਿਆ। ਲਾਲ ਤੋਂ ਭਾਵ ਸੋਹਣਾ, ਸੁੰਦਰ। ਮੇਰੇ ਸਾਹਿਬ ਜੀ ਕਹਾ ਸਾਵਲ ਸੁੰਦਰ ਰਾਮੀਆ, ਮੇਰਾ ਮਨ ਲਾਗਾ ਤੋਏ। ਮੇਰਾ ਮਨ ਤੇਰੇ ਨਾਲ ਲੱਗ ਗਿਆ ਹੈ। ਸਾਵਲ ਸੁੰਦਰ ਰਾਮਈਆ, ਭਗਤ ਸਾਹਿਬ ਜੀ ਬਾਣੀ। ਮੇਰਾ ਮਨ ਲਾਗਾ ਤੋਏ, ਜਿੱਦ ਘਟ ਨਾਮ ਨਾ ਉਪਜੈ, ਫੂਟ ਮਰੈ ਜਨ ਸੁਨੇ। ਜਿੰਦੇ ਘਰ 'ਚ ਨਾਮ ਨਹੀਂ ਨਾ ਬਣਿਆ, ਉਤਲੀਆਂ ਪਾਵਨ ਵਿਚਾਰਾਂ ਵਿੱਚ ਕਹਿ ਰਹੇ, ਮਰ ਜਾਣਾ ਚਾਹੀਦਾ। ਪਰ ਜਿਨ੍ਹਾਂ ਦਾ ਮਨ ਜੁੜ ਜਾਂਦਾ, ਉਹ ਕਹਿੰਦੇ ਨੇ
ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਾ ਹੋਏ। ਜਿੰਦੇ ਅੰਦਰ ਨਾਮ ਪੈਦਾ ਹੋ ਗਿਆ, ਜਿਨ੍ਹਾਂ ਅੰਦਰ ਰੱਬ ਦੇ ਗੁਣ ਪੈਦਾ ਹੋ ਗਏ, ਸ਼ੁਭ ਗੁਣ ਪੈਦਾ ਹੁੰਦਿਆਂ ਸਾਰ ਭਗਤ ਸਾਹਿਬ ਜੀ ਕਹਿੰਦੇ ਨੇ ਏਕ ਜੋਤ ਏਕਾ ਮਿਲੀ, ਇੱਕ ਹੋ ਗਏ ਰੂਪ ਕਿੰਬਾ ਹੋਏ ਮਾ ਹੋਏ। ਅੱਗੇ ਕਹਿੰਦੇ ਜਿਤ ਕਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ। ਮਰ ਜਾਣਾ ਚਾਹੀਦਾ ਪਿਆਰਿਆ, ਉਹ ਭਲਿਆ ਸ਼ਰਮ ਨਾਲ ਹਿਆ ਨਾ। ਜਿਹੜੀ ਗੁਣ ਤੂੰ ਆਪਣੇ ਜੀਵਨ ਵਿੱਚ ਰੱਬ ਦੇ ਪੈਦਾ ਕਰਨੇ ਸਨ ਨਹੀਂ ਬਣ ਪਏ, ਓਏ ਉਹ ਗੁਣਾਂ ਨੂੰ ਜਨਮ ਦੇਣ ਵਾਲਿਆ, ਗੁਣਾਂ ਦੇ ਘਰ 'ਚ ਕਦੋਂ ਜਨਮ ਲਵੇਂਗਾ? ਵਿਕਾਰਾਂ ਦੇ ਘਰ 'ਚ ਪੈਦਾ ਹੋਣ ਵਾਲਿਆ, ਗੁਰੂ ਦੇ ਘਰ 'ਚ ਕਦੋਂ ਜਨਮ ਲਵੇਂਗਾ? ਗੁਰੂ ਦੇ ਘਰ ਵਿੱਚ, ਗੁਰੂ ਦੇ ਗ੍ਰਹਿ 'ਚ ਕਦੋਂ ਪੈਦਾ ਹੋਵੇਂਗਾ? ਤੇ ਫਿਰ ਸਾਈਂ ਜੀ ਕਹਿੰਦੇ ਨੇ ਸਾਵਲ ਸੁੰਦਰ ਰਾਮਈਆ, ਮੇਰਾ ਸੋਹਣਾ ਗੁਰੂ। ਗੁਰੂ ਕਿਹੜਾ? ਗਿਆਨ ਗੁਣ ਗੁਰੂ। ਮੇਰੇ ਗੁਰੂ ਦੇ ਗੁਣ ਬੜੇ ਸ਼ੁਭ ਨੇ, ਸੋਹਣੇ ਨੇ। ਮੇਰਾ ਮਨ ਲਾਗਾ ਤੋਹੇ, ਮੇਰਾ ਮਨ ਉਹਨਾਂ ਗੁਣਾ ਨਾਲ ਲੱਗ ਗਿਆ, ਸਾਂਝ ਪਾਲੀ ਗੁਣਾ ਨਾਲ। ਇੱਥੇ ਮੇਰੇ ਸਾਈਂ ਜੀ ਕਹਿੰਦੇ ਆ ਪਿਆਰਿਆ ਗ੍ਰਹਿ ਲਾਲ ਆਏ, ਸ਼ੁਭ ਗੁਣ ਆ ਗਏ, ਮਨ ਧਿਆਏ। ਮਨ ਅੱਜ ਉਹਨਾਂ ਨੂੰ ਤਿਆਰਿਆ। ਸੇਜ ਸੁੰਦਰ ਸੋਹੀਆਂ, ਮੇਰੇ ਹਿਰਦੇ ਦੀ ਸੇਜ ਸੋਹਣੀ ਬਣ ਗਈ। ਘਰ ਦੀਆਂ ਸੇਜਾਂ ਤਾਂ ਅਸੀਂ ਸਵਾਰਦੇ ਹਾਂ, ਪਰ ਹਿਰਦੇ ਦੀ ਸੇਜ ਵੀ ਸਵਾਰਨੀ, ਜਿੱਥੇ ਗੁਣਾਂ ਨੇ ਆ ਕੇ ਬਹਿਣਾ ਸੀ, ਜਿੱਥੇ ਗੁਰੂ ਨੇ ਆ ਕੇ ਟਿਕਣਾ ਸੀ, ਜਿੱਥੇ ਪਰਮੇਸ਼ਰ ਨੇ ਬਹਿਣਾ ਸੀ। ਬਾਹਰ ਕਿਸੇ ਪਰਾਉਣੇ ਗੈਸਟ ਨੇ ਸਾਡੇ ਘਰ ਆਉਣਾ ਹੋਵੇ ਨਾ ਜੀ, ਸਾਡੀਆਂ ਤਿਆਰੀਆਂ ਬੜੇ ਦਿਨਾਂ ਤੋਂ ਸ਼ੁਰੂ ਹੋ ਜਾਂਦੀਆਂ ਨੇ। ਇਸ ਥਾਂ ਤੇ ਗੈਸਟ ਪਰਾਉਣੇ ਮਹਿਮਾਨ ਨੇ ਬਹਿਣਾ। ਜਿੱਥੇ ਗੁਣਾਂ ਨੇ ਆ ਕੇ ਬਹਿਣਾ ਸੀ, ਗੁਰੂ ਨੇ ਟਿਕਣਾ ਸੀ। ਉਹ ਗੁਣ ਕਿਵੇਂ ਆਉਂਦੇ? ਪ੍ਰਵੇਸ਼ ਕਿਵੇਂ ਤੇਰੇ ਘਰ ਵਿੱਚ ਕਰਦੇ? ਪਰਮੇਸ਼ਰ ਕੰਤ ਵਾਹਿਗੁਰੂ, ਗੁਰੂ ਕਿਵੇਂ ਆਉਂਦਾ? ਤੇਰੇ ਜੀਵਨ ਵਿੱਚ ਤਾਂ ਹਨੇਰਾ ਸੀ ਤੇ ਸੇਜ ਤੇਰੀ ਤਿਆਰ ਨਹੀਂ ਸੀ। ਜਦੋਂ ਸੇਜ ਤਿਆਰ ਹੋ ਗਈ, ਸੇਜ ਸੁੰਦਰ ਸੋਹੀਆਂ, ਸੋਹਣੀ ਬਣ ਗਈ ਉਹ ਸੇਜ ਗੁਰੂ ਆਉਂਦਿਆ ਸਾਰ। ਗੁਣਾ ਵਣ ਤ੍ਰਿਣ ਤ੍ਰਿਪਵਨ ਪਏ, ਹਰਿਆ ਦੇਖ ਦਰਸ਼ਨ ਮੋਹੀਆਂ। ਸਭ ਕੁਝ ਹਰਿਆ ਭਰਿਆ ਹੋ ਗਿਆ। ਹੁਣ ਸੋਕਾ ਖਤਮ, ਅੱਜ ਜੀਵਨ ਵਿੱਚ ਹਰਿਆਵਲ ਆ ਗਈ। ਅੱਜ ਜੀਵਨ ਵਿੱਚ ਬਸੰਤ ਆਈ ਹੈ। ਗੁਣਾਂ ਦੀ ਜਦੋਂ ਮੇਰੇ ਜੀਵਨ ਵਿੱਚ ਵਰਖਾ ਹੋਈ, ਸਾਹਿਬ ਜੀ ਨੇ ਕਿਹਾ ਵਣ ਜੰਗਲ, ਤ੍ਰਿਣ ਘਾਹ, ਜਿੰਨੇ ਵੀ ਜੰਗਲ ਨੇ, ਜਿੰਨੇ ਵੀ ਘਾਹ ਬਰੂਟ ਨੇ, ਤ੍ਰਿਪਵਨ ਤਿੰਨੇ ਪਵਨ ਪਏ, ਹਰਿਆ ਦੇਖ ਦਰਸ਼ਨ ਮੋਹੀਆ। ਦੇਖਦਿਆਂ ਸਾਰ, ਗੁਰੂ ਨੂੰ ਵੇਖਦਿਆਂ ਸਾਰ, ਪਰਮੇਸ਼ਰ ਨੂੰ ਵੇਖਦਿਆਂ ਸਾਰ, ਭਗਵਾਨ ਨੂੰ, ਪ੍ਰਭੂ ਨੂੰ ਵੇਖਦਿਆਂ ਸਾਰ, ਸਭ ਕੁਝ ਹਰਿਆ ਭਰਿਆ ਹੋ ਗਿਆ। ਅੱਜ ਕੋਈ ਬਗਾਨਾ ਨਹੀਂ। ਇਹ ਤਾਂ ਗੁਣਾਂ ਦੀ ਵਿਡਈ। ਨਾ ਕੋ ਬੈਰੀ ਨਾਹੇ ਬਗਾਨਾ, ਸਗਲ ਸੰਗ ਹਮਕੋ ਬਣੇ ਆਈ। ਆ ਤਾਂ ਰੱਬ ਦੇ ਗੁਣ ਸਿਖਾਉਂਦੇ ਨੇ। ਸਤਿਗੁਰ ਸਭਨਾ ਦਾ ਭਲਾ ਮਨਾਏ ਤਾਂ ਤਿਸ ਦਾ ਬੁਰਾ ਕਿਉਂ ਹੋਏ। ਗੁਣਾਂ ਨੇ ਪਿਆਰਿਓ ਆਹ ਚੀਜ਼ ਸਿਖਾਈ ਹੈ। ਅੱਜ ਵੈਰੀ ਕਿਉਂ ਦਿਸ ਰਿਹਾ? ਮਿੱਤਰ ਕਿੱਥੇ ਚਲਾ ਗਿਆ? ਦੁਸ਼ਮਣ ਕਿਉਂ ਦਿਸ ਰਿਹਾ? ਭਾਈ ਕਨ੍ਹਈਆ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਦੁਸ਼ਮਣੀ ਕੱਲੀ ਤਲਵਾਰਾਂ ਨਾਲ ਨਹੀਂ, ਪਿਆਰ ਨਾਲ ਵੀ ਮਾਰੀ ਜਾਂਦੀ ਹੈ। ਪਿਆਰ ਨਾਲ ਹੀ ਮਰ ਜਾਂਦੀ ਦੁਸ਼ਮਣੀ। ਪਾਤਸ਼ਾਹ ਜੀ ਪਿਆਸ ਦਾ ਕੋਈ ਧਰਮ ਹੈ? ਭੁੱਖ ਦਾ ਕੋਈ ਧਰਮ ਹੈ? ਨਹੀਂ, ਪਿਆਸ ਦਾ ਕੋਈ ਧਰਮ ਨਹੀਂ। ਫਿਰ ਪਾਣੀ ਪਿਆਉਣ ਲੱਗਿਆ ਕਿਹੜੇ ਧਰਮ ਨੂੰ ਵੇਖਿਆ ਜਾਂਦਾ ਹੈ? ਕਿਸੇ ਵੀ ਧਰਮ ਨੂੰ ਨਹੀਂ ਵੇਖਿਆ ਜਾਂਦਾ, ਕਿਸੇ ਵੀ ਧਰਮ ਦੇ ਬਾਰੇ ਨਹੀਂ ਜਾਣਿਆ ਜਾਂਦਾ। ਪਾਣੀ ਪਿਆਉਣ ਲੱਗਿਆ ਕੋਈ ਧਰਮ ਦੀ ਪਹਿਚਾਣ ਥੋੜੀ ਹੋਣੀ ਚਾਹੀਦੀ ਹੈ ਕਿ ਫਲਾਣਾ ਧਰਮ ਹੋਏਗਾ ਪਿਆਸ ਨੂੰ। ਪਿਆਸ ਦਾ ਕੋਈ ਧਰਮ ਨਹੀਂ, ਭੁੱਖ ਦਾ ਕੋਈ ਧਰਮ ਨਹੀਂ। ਇਸੇ ਤਰ੍ਹਾਂ ਯਾਦ ਰੱਖਿਓ ਪਿਆਰਿਓ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਣ ਆ ਗਏ ਨਾ, ਉਹਨੂੰ ਸਭ ਕੋ ਮੀਤ ਹਮ ਆਪਨ ਕੀਨਾ, ਉਹਨੇ ਆਪਣਾ ਬਣਾ ਲਿਆ ਸਭ ਨੂੰ। ਮੇਰੇ ਸਾਹਿਬ ਜੀ ਅੱਗੇ ਕਹਿੰਦੇ ਨੇ ਆ ਪਿਆਰਿਆ ਦੇਖ ਦਰਸ਼ਨ ਮੋਹੀਆ, ਗੁਰੂ ਦੇ ਦੀਦਾਰ ਕਰਦਿਆਂ ਮੇਰਾ ਮਨ ਖਿੜ ਗਿਆ। ਮਿਲੇ ਸੁਆਮੀ ਇਛ ਪੁਨੀ, ਮਨ ਜਪਿਆ ਨਿਰਮਲ ਮੰਤ ਜੀਓ। ਮਿਲੇ ਸੁਆਮੀ, ਜਿਹੜੇ ਸੁਆਮੀ ਦੀ ਉਡੀਕ ਹੈ, ਕਿਸੇ ਚੀਜ਼ ਦੀ ਉਡੀਕ ਹੈ ਨਾ, ਜਿਹੜੀ ਲੰਮੇ ਸਮੇਂ ਤੋਂ ਉਡੀਕ ਸੀ, ਉਹ ਕਿਹਦੀ ਸੀ? ਵਾਹਿਗੁਰੂ ਦੀ, ਪਰਮੇਸ਼ਰ ਦੀ, ਜਿਹਨੂੰ ਸੁਆਮੀ ਕਿਹਾ ਗਿਆ। ਕਿਸੇ ਦੀ ਘਰ ਵਿੱਚ ਉਡੀਕ ਹੋਵੇ ਨਾ ਤੇ ਉਹ ਨਾ ਆਵੇ ਤੇ ਮਨ ਦੇ ਵਿੱਚ ਨਿਰਾਸ਼ਤਾ ਹੁੰਦੀ ਹੈ ਕਿ ਇੰਨੇ ਸਮੇਂ ਤੋਂ ਉਡੀਕ ਕਰ ਰਿਹਾ ਸਾਂ, ਪਰ ਮੇਰੇ ਘਰ ਵਿੱਚ ਆਇਆ ਹੀ, ਹੋਰ ਕਿਹੜੇ ਚਲਿਆ ਗਿਆ।
ਗੁਰੂ ਸਾਹਿਬ ਜੀ ਕਹਿੰਦੇ ਨੇ ਮਿਲੇ ਸੁਆਮੀ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਘਰ ਵਿੱਚ ਨਿਰਮਲ ਉਡੀਕ ਹੁੰਦੀ ਹੈ। ਉਹ ਕਿਧਰੇ ਨਹੀਂ ਜਾਏਗਾ, ਤੇਰੇ ਘਰ ਵਿੱਚ ਆਵੇਗਾ, ਪਰ ਸ਼ਰਤ ਇੱਕ ਹੈ, ਸੇਜ ਤੇਰੀ ਕੱਲੀ ਇੱਕ ਅਕਾਲ ਪੁਰਖ ਦੀ ਹਿਰਦੇ ਵਿੱਚ ਲਿਖੀ ਹੋ, ਗੁਣਾ ਦੀ ਕੋਈ। ਕਹਿੰਦੇ ਮਿਲੇ ਸੁਆਮੀ ਇੱਛਾ ਪੁਨੀ, ਇੱਛਾ ਪੂਰੀਆਂ ਹੋ ਗਈਆਂ ਮਿਲਦਿਆਂ ਸਾਰ, ਕੋਈ ਕਮੀ ਰਹਿ ਨਹੀਂ ਗਈ। ਮਨ ਜਪਿਆ ਨਿਰਮਲ ਮੰਤ ਜੀਓ, ਨਿਰਮਲ ਮੰਤਰ ਜੀਵਨ ਵਿੱਚ ਪੱਕਾ ਹੋ ਗਿਆ। ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਈ। ਜਿਹੜੇ ਮੰਤਰ ਦੀ ਉਡੀਕ ਸੀ ਉਹ ਮੰਤਰ ਮੇਰੇ ਜੀਵਨ ਵਿੱਚ ਗੁਰੂ ਨੇ ਪੱਕਿਆ ਕਰ ਦਿੱਤਾ। ਤੇ ਗੁਣਾ ਦਾ ਮੰਤਰ ਜਦੋਂ ਪੱਕਿਆ ਹੋਇਆ, ਅਖੀਰਲੀ ਪੰਕਤੀ ਵਿੱਚ ਇਹ ਕਹਿੰਦੇ ਨੇ ਬਿਨਵੰਤ ਨਾਨਕ ਨਿਤ ਕਰੋ ਰਲੀਆਂ, ਹਰ ਮਿਲੇ ਸ਼੍ਰੀ ਧਰ ਕੰਤ ਜੀਓ। ਬਿਨਵੰਤ ਨਾਨਕ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਣੀ ਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਮੁਖਾਰਤ ਰੱਖ ਕੇ ਇਹ ਪਾਵਨ ਬਾਣੀ ਲਿਖਦੇ ਪਏ ਨੇ। ਸਾਹਿਬ ਜੀ ਕਹਿੰਦੇ ਪਏ ਨੇ, ਅਖੀਰਲੀ ਪੰਕਤੀ ਜੋ ਲਿਖ ਰਹੇ ਨੇ, ਕਹਿੰਦੇ ਬਿਨਵੰਤ ਨਾਨਕ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਵੀ ਬੇਨਤੀ ਕਰਦੇ ਪਏ ਨੇ ਕਿ ਨਿਤ ਕਰੋ ਰਲੀਆਂ, ਦੁਨੀਆ ਦੇ ਰਸ ਪਦਾਰਥਾਂ ਦੇ ਵਿੱਚ ਨਹੀਂ, ਨਾਮ ਵਿੱਚ, ਰਸ ਵਿੱਚ ਮਿਲ ਕੇ ਨਾਮ ਰੂਪੀ ਆਨੰਦ ਵਿੱਚ ਆਨੰਦ ਕਰੀਏ, ਰੰਗ ਰਲੀਆਂ ਮਾਣੀਏ। ਇੱਕ ਸੰਸਾਰ ਦੀਆਂ ਰੰਗ ਲੜੀਆਂ ਮਾਣੀਆਂ ਜਾਂਦੀਆਂ ਨੇ, ਸੰਸਾਰ ਦੇ ਚਸਕੇ, ਸੰਸਾਰ ਦੇ ਰਸ ਮਾਣੇ ਜਾਂਦੇ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਸਾਹਮਣੇ ਰੱਖ ਕੇ ਕਿਹਾ ਕਿ ਮੈਂ ਨਹੀਂ, ਮੇਰੇ ਬਾਣੀ ਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਬਿਨਵੰਤ ਨਾਨਕ ਬੇਨਤੀ ਕਰਦੇ ਪਏ ਨੇ, ਪਿਆਰਿਆ ਨਿਤ ਕਰੋ ਰਲੀਆਂ, ਪਰਮੇਸ਼ਰ ਦੇ ਨਾਮ ਵਿੱਚ ਸਮਾ ਕੇ ਆਨੰਦ ਮਾਣਿਓ, ਖੁਸ਼ੀ ਮਾਣਿਓ। ਹਰ ਮਿਲੀ ਸ਼੍ਰੀ ਧਰ ਕੰਤ ਜੀਓ, ਭਾਵ ਲਕਸ਼ਮੀ ਦਾ ਪਤੀ ਸ਼੍ਰੀ ਧਰ, ਭਾਵ ਮਾਇਆ ਦਾ ਪਤੀ, ਇਹ ਸੰਸਾਰ ਨੂੰ ਬਣਾਉਣ ਵਾਲਾ, ਸੰਸਾਰ ਦੀ ਸਾਜਨਾ ਕਰਨ ਵਾਲਾ ਸਹਿਜੇ ਤੌਰ 'ਤੇ ਪਰਮੇਸ਼ਰ ਮਿਲ ਜਾਂਦਾ ਹੈ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਪਤੀ ਦੀ ਖਿੱਚ ਹੁੰਦੀ ਹੈ। ਆਓ ਮੇਰੇ ਮਾਲਕ ਜੀ ਕਿਰਪਾ ਕਰਨ, ਆਪਣੇ ਹਿਰਦੇ ਅੰਦਰ ਗੁਣਾਂ ਦੀ ਸਾਂਝ ਪਾ ਕੇ ਗੁਰੂ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਜਿਨ੍ਹਾਂ ਨੇ ਸ਼ੁਭ ਗੁਣ ਆਪਣੇ ਜੀਵਨ ਵਿੱਚ ਪੈਦਾ ਕੀਤੇ ਨੂੰ ਸਹਿਜੇ ਤੌਰ 'ਤੇ ਪਰਮਾਤਮਾ ਨਾਲ ਮਿਲ ਜਾਂਦੇ ਨੇ, ਉਹਨਾਂ ਦਾ ਸੰਸਾਰ ਵਿੱਚ ਆਇਆ ਸਫਲ ਹੋ ਜਾਂਦਾ ਹੈ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮਿਲੇ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਬਖਸ਼ੋ ਤਾ ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।